ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰਸੰਗਤ ਜੀਓ, ਜਿਸ ਪ੍ਰਕਾਰ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਦੀ ਜੋ ਸੰਥਿਆ ਵਿਚਾਰ ਪ੍ਰਾਰੰਭ ਹੋਈ ਹੈ, ਜਿਸ ਦੇ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਮੇਸ਼ਰ ਵਾਹਿਗੁਰੂ ਦੀ ਉਸਤਤੀ ਕਰਨ ਦੇ ਨਾਲ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦਿਆਂ ਹੋਇਆਂ ਨਮਸਕਾਰਾਂ ਕੀਤੀਆਂ ਹਨ। ਉਸੇ ਪ੍ਰਕਾਰ ਹੀ ਅੱਗੇ ਜੋ ਰੁਆਲ ਛੰਦ ਦੀ ਪ੍ਰਾਰੰਭਤਾ ਹੋ ਰਹੀ ਹੈ, ਜਿਸ ਦੇ ਅੰਦਰ ਸਤਿਗੁਰਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਕੁਝ ਜਿਹੜੇ ਨਾਮ ਹਨ ਉਹਨਾਂ ਨੂੰ ਲੈ ਕਰਕੇ ਗੁਣਾਂ ਦਾ ਜ਼ਿਕਰ ਕੀਤਾ ਹੈ। ਇਹ ਪਰਮੇਸ਼ਰ ਵਾਹਿਗੁਰੂ ਆਦਿ ਰੂਪ ਹੈ, ਅਨਾਦਿ ਮੂਰਤ ਹੈ, ਅਜੂਨੀ ਹੈ, ਪੁਰਖ ਹੈ, ਅਪਾਰ ਹੈ। ਜਿਵੇਂ ਆਪਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਪੜ੍ਹਦੇ ਹਾਂ, ਜਿਵੇਂ ਪ੍ਰਾਰੰਭਤਾ ਦੇ ਅੰਦਰ ਮੂਲ ਮੰਤਰ ਦੇ ਅੰਦਰ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦਾ ਜ਼ਿਕਰ ਕੀਤਾ ਹੈ ਕਿ ਉਹ ਇੱਕ ਓਅੰਕਾਰ ਹੈ, ਸਤ ਹੈ, ਨਾਮ ਹੈ। ਇਸੇ ਪ੍ਰਕਾਰ ਜਦੋਂ ਅਸੀਂ ਆਦਿ ਬਾਣੀ ਦੇ ਅੰਦਰ ਭਗਤ ਰਵਿਦਾਸ ਜੀ ਦੇ ਪਾਵਨ ਸ਼ਬਦ ਪੜ੍ਹਦੇ ਹਾਂ ਅਤੇ ਉੱਥੇ ਵੀ ਜ਼ਿਕਰ ਆਉਂਦਾ ਹੈ ਕਿ ਪਰਮੇਸ਼ਰ ਵਾਹਿਗੁਰੂ ਕੈਸਾ ਹੈ। ਇੱਕ ਤਾਂ ਉਹ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਇਸੇ ਪ੍ਰਕਾਰ ਉਹ ਪਰਮੇਸ਼ਰ ਵਾਹਿਗੁਰੂ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਅਤੇ ਜਾਂ ਫਿਰ ਉਸ ਦਾ ਇਹ ਵੀ ਜ਼ਿਕਰ ਆਉਂਦਾ ਹੈ ਕਿ ਨੀਚ ਹੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਕਿ ਉਹ ਨੀਵਿਆਂ ਨੂੰ ਉੱਚੀਆਂ ਕਰਨ ਵਾਲਾ ਹੈ। ਇਹ ਵੀ ਪਰਮੇਸ਼ਰ ਵਾਹਿਗੁਰੂ ਦਾ ਗੁਣ ਹੈ। ਹੋਰ ਉਸ ਦੇ ਨਾਮ ਜਿਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਬਚਨ ਉਚਾਰਨ ਕੀਤੇ ਨੇ ਕਿ ਉਹ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਉਸ ਦੇ ਇਹ ਗੁਣ ਹਨ ਕਿ ਉਹ ਇੱਛਾ ਪੂਰਕ ਹੈ, ਸਾਡੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਹੈ। ਸਾਰਿਆਂ ਦਾ ਜਿਹੜੇ ਸੁੱਖ ਹੈ ਉਹ ਦੇਣ ਵਾਲਾ ਹੈ, ਸੁੱਖਾਂ ਦਾ ਦਾਤਾ ਹੈ। ਅਤੇ ਹਰ ਜੋ ਹਰਿਆ ਭਰਿਆ ਕਰਨ ਵਾਲਾ ਹੈ। ਇਸ ਪ੍ਰਕਾਰ ਉਹਦੇ ਜਾ ਕੇ ਵਸ ਹੈ ਕਾਮ ਧੇਨਾ। ਜਿਹੜੀ ਕਾਮ ਧੇਨ ਗਊ ਹੈ ਉਹ ਵੀ ਪਰਮੇਸ਼ਰ ਵਾਹਿਗੁਰੂ ਦੇ ਰਜ਼ਾ ਦੇ ਵਿੱਚ ਚੱਲਦੀ ਹੈ। ਇਸ ਪ੍ਰਕਾਰ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਰੁਆਲ ਛੰਦ ਦੇ ਅੰਦਰ ਜੋ ਪਰਮੇਸ਼ਰ ਵਾਹਿਗੁਰੂ ਦੇ ਅੰਦਰ ਕਿਹੜੇ ਕਿਹੜੇ ਗੁਣ ਹਨ, ਜਿਨ੍ਹਾਂ ਗੁਣਾਂ ਕਰਕੇ ਉਹਨਾਂ ਦੇ ਨਾਮ ਪਏ, ਉਹਨਾਂ ਦਾ ਜ਼ਿਕਰ ਕਰਦੇ ਹਨ। ਸੋ ਜਿਸ ਪ੍ਰਕਾਰ ਅੱਗੇ ਸੰਥਿਆ ਵਿਚਾਰ ਆ ਰਹੀ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੋ ਜੀ। ਵਾਹਿਗੁਰੂ ਸਾਹਿਬ ਜੀਓ। ਰੁਆਲ ਛੰਦ ਪ੍ਰਸਾਦ। ਹਾਂਜੀ, ਇਹ ਜਿਹੜਾ ਰੁਆਲ ਛੰਦ ਹੈ, ਆਮ ਦਸਮ ਬਾਣੀ ਦੇ ਅੰਦਰ ਇਹ 2-3 ਰੂਪਾਂ ਦੇ ਵਿੱਚ ਲਿਖਿਆ ਹੋਇਆ ਪਾਠ ਆਉਂਦਾ ਹੈ। ਇੱਕ ਤਾਂ ਰੁਆਮਲ ਛੰਦ ਜਾਂ ਫਿਰ ਰੁਆਲ ਔਂਕੜ ਦੇ ਨਾਲ ਆਉਂਦਾ। ਪਰ ਇੱਥੇ ਸਤਿਗੁਰਾਂ ਨੇ ਰਾਰੇ ਨੂੰ ਦੁਲੈਂਕੜ ਐੜੇ ਕੰਨਾ ਲੱਲਾ, ਇਸ ਪ੍ਰਕਾਰ ਇਹ ਪਾਠ ਲਿਖਿਆ ਹੋਇਆ ਹੈ। ਇਸ ਨੂੰ ਧਿਆਨ ਦੇ ਨਾਲ ਰਾਰੇ ਨੂੰ ਦੁਲੈਂਕੜ ਲਾ ਕੇ ਪਾਠ ਬੋਲਣਾ। ਰੁਆਲ ਛੰਦ ਸਵੈ ਪ੍ਰਸਾਦ। ਰੁਆਲ ਛੰਦ ਸਵੈ ਪ੍ਰਸਾਦ। ਆਦਿ ਰੂਪ ਅਨਾਦਿ ਮੂਰਤ ਅਜੋਨ ਪੁਰਖ ਅਪਾਰ। ਹਾਂਜੀ, ਇਸ ਦੇ ਅੰਦਰ ਪੰਕਤੀਆਂ ਵੱਡੀਆਂ ਹੋਣ ਕਰਕੇ ਵਿਸ਼ਰਾਮਾਂ ਦਾ ਧਿਆਨ ਰੱਖਣਾ। ਪਰ ਜਦੋਂ ਅਸੀਂ ਚਾਲ ਦੇ ਨਾਲ ਪਾਠ ਕਰਾਂਗੇ ਅਤੇ ਜਿਵੇਂ ਆਦਿ ਬਾਣੀ ਦੇ ਅੰਦਰ ਜਿਹੜੇ ਵਿਸ਼ਰਾਮ ਸੁਤੇ ਸਿੱਧ ਲੱਗ ਜਾਂਦੇ ਨੇ, ਪਰ ਫਿਰ ਵੀ ਇਹਨਾਂ ਨੂੰ ਵਿਸ਼ੇਸ਼ ਕਰਕੇ ਜਿਸ ਪ੍ਰਕਾਰ ਗ੍ਰੰਥੀ ਸਾਹਿਬਾਨ ਪਾਵਨ ਦਸਨਾ ਤੋਂ ਉਚਾਰਨ ਕਰ ਰਹੇ ਹਨ, ਧਿਆਨ ਦੇ ਨਾਲ ਠੀਕ ਉੱਦਾਂ ਹੀ ਪਕਾ ਲੈਣੇ। ਆਦਿ ਰੂਪ ਅਨਾਦਿ ਮੂਰਤ। ਅਤੇ ਮੂਰਤ ਦਾ ਜਿਹੜਾ ਤੱਤਾ ਹੈ ਉਹ ਧਿਆਨ ਦੇ ਨਾਲ ਬੋਲਣਾ। ਮੂਰਤ ਇੱਦਾਂ ਸਾਈਲੈਂਟ ਨਹੀਂ ਕਰਨਾ। ਆਦਿ ਰੂਪ ਅਨਾਦਿ ਮੂਰਤ ਅਜੋਨ। ਅਜੋਨ ਜਿਹੜਾ ਪਾਠ ਹੈ, ਆਮ ਗੁਟਕਾ ਸਾਹਿਬ ਦੇ ਅੰਦਰ ਨੰਨੇ ਨੂੰ ਸਿਹਾਰੀ ਛਪੀ ਹੁੰਦੀ ਹੈ, ਪਰ ਇਹ ਨੰਨੇ ਨੂੰ ਸਿਹਾਰੀ ਤੋਂ ਬਿਨਾਂ ਸ਼ੁੱਧ ਪਾਠ ਹੈ। ਅਜੋਨ ਪੁਰਖ ਅਪਾਰ। ਆਦਿ ਰੂਪ ਅਨਾਦਿ ਮੂਰਤ ਅਜੋਨ ਪੁਰਖ ਅਪਾਰ। ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ।
ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ। ਹਾਂਜੀ, ਇਹ ਜਿਹੜਾ ਪਾਠ ਹੈ ਵੱਖਰਾ ਵੱਖਰਾ ਬੋਲਣਾ। ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ, ਇਹ ਇਸ ਨੂੰ ਵਿਸ਼ੇਸ਼ ਕਰਕੇ ਪੁਨਕਾਲ ਇਕੱਠਾ ਨਾ ਪਾਠ ਹੋ ਜਾਵੇ। ਸਾਰੇ ਪਦ ਨਿਖੇਰ ਕੇ ਬੋਲਣੇ। ਸਰਬ ਕੋ ਪੁਨ ਕਾਲ। ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ। ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਿਸਾਲ। ਇਹ ਜਿਹੜੀ ਪੰਕਤੀ ਹੈ ਇਸ ਨੂੰ ਵੀ ਧਿਆਨ ਦੇ ਨਾਲ ਜਿੱਤਰ ਤੱਤਰ ਅਧਿਕ ਉੱਪਰ ਛਪੇ ਹੋਏ ਨੇ, ਅੱਧੇ ਰਾਰੇ ਧਿਆਨ ਦੇ ਨਾਲ ਬੋਲਣੇ। ਜਤਰ ਤਤਰ ਬਿਰਾਜਹੀ, ਤੇ ਇੱਥੇ ਵਿਸ਼ੇਸ਼ ਧਿਆਨ ਰੱਖਣਾ, ਜਿਵੇਂ ਇੱਥੇ ਬਿਰਾਜਹੀ ਹਾਹਾ ਅੱਖਰ ਛਪਿਆ ਹੋਇਆ ਤੇ ਇੱਥੇ ਈੜੀ ਦੀ ਆਵਾਜ਼ ਨਾ ਆਵੇ। ਜਤਰ ਤਤਰ ਬਿਰਾਜਹੀ, ਇੱਥੇ ਵਿਸ਼ਰਾਮ। ਅੱਗੇ ਹੈ ਅਵਧੂਤ, ਇੱਥੇ ਜਿਹੜਾ ਧੱਦਾ ਅੱਖਰ ਹੈ ਇਸ ਨੂੰ ਦਰਮਿਆਨੀ ਦੁੱਤ ਆਵਾਜ਼ ਦੇ ਵਿੱਚ ਬੋਲਣਾ, ਯਾਨੀ ਕਿ ਅਵਧੂਤ ਨਹੀਂ ਕਹਿਣਾ, ਅਵਧੂਤ, ਯਾਨੀ ਕਿ ਧੱਦਾ ਦਰਮਿਆਨਾ ਦੁੱਤ ਆਵਾਜ਼ ਵਿੱਚ ਬੋਲਣਾ। ਅਵਧੂਤ ਰੂਪ ਰਿਸਾਲ, ਤੇ ਰਿਸਾਲ ਜਿਹੜਾ ਪਾਠ ਹੈ ਇਹ ਰਾਰੇ ਨੂੰ ਸਿਹਾਰੀ ਦੇ ਨਾਲ ਸੁੱਧ ਹੈ। ਕਈ ਗੁਟਕਾ ਸਾਹਿਬ ਦੇ ਅੰਦਰ ਸਿਹਾਰੀ ਨਹੀਂ ਛਪੀ ਹੁੰਦੀ, ਇਸ ਲਈ ਰਾਰੇ ਨੂੰ ਸਿਹਾਰੀ ਦੇ ਨਾਲ ਹੀ ਸੰਥਿਆ ਪਕਾਉਣੀ ਤੇ ਪਾਠ ਕਰਨਾ। ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਿਸਾਲ। ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ। ਹਾਂਜੀ, ਇਹ ਜਿਹੜਾ ਵੱਖਰਾ ਵੱਖਰਾ ਪਾਠ ਬੋਲਣਾ। ਨਾਮ ਠਾਮ ਨਾ ਜਾਤ ਜਾ ਕਰ, ਆਮ ਕਰਕੇ ਜਾਕਰ ਪਾਠ ਇਕੱਠਾ ਛਪਿਆ ਹੁੰਦਾ ਹੈ ਗੁਟਕਾ ਸਾਹਿਬ ਦੇ ਅੰਦਰ, ਪਰ ਇਸ ਨੂੰ ਵੱਖਰਾ ਵੱਖਰਾ ਪਾਠ ਬੋਲਣਾ। ਜਾ ਕਰ। ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ। ਆਦਿ ਪੁਰਖ ਉਦਾਰ ਮੂਰਤ ਅਜੋਨ ਆਦ ਅਸੀਖ। ਇਸ ਨੂੰ ਵੀ ਧਿਆਨ ਦੇ ਨਾਲ ਆਦਿ ਪੁਰਖ ਉਦਾਰ ਮੂਰਤ, ਉਦਾਰ ਜਿਹੜਾ ਦੱਦੇ ਦੇ ਨਾਲ, ਉਧਾਰ ਧੱਦਾ ਨਹੀਂ ਬੋਲਣਾ, ਦੱਦੇ ਦੇ ਨਾਲ ਪੋਲਾ ਪਾਠ ਬੋਲਣਾ। ਆਦਿ ਪੁਰਖ ਉਦਾਰ ਮੂਰਤ, ਉਹ ਸਖੀ ਦਾਤਾ ਹੈ, ਪ੍ਰੇਮ ਕਰਨ ਵਾਲਾ ਹੈ ਪਰਮੇਸ਼ਰ ਵਾਹਿਗੁਰੂ। ਆਦਿ ਪੁਰਖ ਉਦਾਰ ਮੂਰਤ ਅਜੋਨ ਆਦ ਅਸੀਖ। ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ। ਹਾਂ, ਇਹ ਵੀ ਪਾਠ ਸਾਰੇ ਜਿੰਨੇ ਵੀ ਅੱਗੇ ਜਾ ਕਰ ਜਾ ਕਹਿ ਪਾਠ ਆਉਣੇ ਨੇ, ਇਹ ਸਾਰੇ ਵੱਖਰੇ ਵੱਖਰੇ ਪਾਠ ਨੇ, ਇਸ ਲਈ ਵੱਖਰੇ ਬੋਲਣੇ। ਦੇਸ ਔਰ ਦਾ ਜਿਹੜਾ ਕਨੌੜਾ ਹੈ ਧਿਆਨ ਦੇ ਨਾਲ ਬੋਲਣਾ। ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ। ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ। ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ। ਹਾਂਜੀ, ਇਸ ਪੰਕਤੀ ਦੇ ਅੰਦਰ ਜਤਰ ਤਤਰ ਦਿਸ਼ਾ ਵਿਸਾ, ਇੱਥੇ ਵਿਸ਼ਰਾਮ ਤੇ ਹੋਏ ਫੈਲਿਓ। ਹੋਏ ਜਿਹੜਾ ਇਹ ਹਾਹੇ ਨੂੰ ਔਂਕੜ, ਇਹ ਵੀ ਲਘੂ ਮਾਤਰਾ ਹੈ ਤੇ ਈੜੀ ਨੂੰ ਸਿਹਾਰੀ ਵੀ, ਇਸ ਲਈ ਛੇਤੀ ਪਾਠ ਬੋਲਣਾ। ਹੋਏ ਫੈਲਿਓ ਅਨੁਰਾਗ। ਅਨੁਰਾਗ ਜਿਹੜਾ ਐੜਾ ਨੰਨੇ ਨੂੰ ਔਂਕੜ, ਰਾਰੇ ਕੰਨਾ ਗੱਗੇ ਔਂਕੜ, ਇਸ ਪ੍ਰਕਾਰ ਇਹ ਛਪਣ ਦੇ ਵਿੱਚ ਪਾਠ ਸੁੱਧ ਹੈ। ਕਈ ਵਾਰ ਇੱਥੇ ਗੁਟਕਾ ਸਾਹਿਬ ਦੇ ਅੰਦਰ ਨੰਨੇ ਨੂੰ ਔਂਕੜ ਨਹੀਂ ਛਪਿਆ ਹੁੰਦਾ ਜਾਂ ਗੱਗੇ ਨੂੰ ਔਂਕੜ ਨਹੀਂ ਛਪਿਆ ਹੁੰਦਾ, ਪਰ ਇਹ ਨੰਨੇ ਨੂੰ ਔਂਕੜ ਔਰ ਗੱਗੇ ਨੂੰ ਔਂਕੜ ਦੇ ਨਾਲ ਪਾਠ ਸੁੱਧ ਹੈ। ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ। ਨਾਮ ਕਾਮ ਵਿਹੀਨ ਪੇਖਤ ਧਾਮ ਹੂੰ ਨਹਿ ਜਾਹੇ। ਇਸ ਦੇ ਅੰਦਰ ਵੀ ਨਾਮ ਕਾਮ ਵਿਹੀਨ, ਵਿਹੀਨ ਜਿਹੜਾ ਪਾਠ ਹੈ ਇਹ ਬੱਬੇ ਨੂੰ ਸਿਹਾਰੀ ਹੀ ਲੱਗੇ, ਬਿਹਾਰੀ ਦੀ ਆਵਾਜ਼ ਨਾ ਆਵੇ ਤੇ ਬੱਬਾ ਮੁਕਤਾ ਵੀ ਨਹੀਂ ਬੋਲਣਾ, ਸਿਹਾਰੀ ਦੇ ਨਾਲ ਧਿਆਨ ਦੇ ਨਾਲ ਪਾਠ ਬੋਲਣਾ। ਨਾਮ ਕਾਮ ਵਿਹੀਨ ਪੇਖਤ ਧਾਮ ਹੂੰ, ਹੂੰ ਜਿਹੜਾ ਉੱਪਰ ਟਿੱਪੀ ਛਪੀ ਹੋਈ ਹੈ ਧਿਆਨ ਦੇ ਨਾਲ ਬੋਲਣੀ। ਧਾਮ ਹੂੰ ਨਹਿ ਜਾਹੇ। ਨਾਮ ਕਾਮ ਵਿਹੀਨ ਪੇਖਤ ਧਾਮ ਹੂੰ ਨਹਿ ਜਾਹੇ। ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ। ਇਸ ਪੰਕਤੀ ਦੇ ਅੰਦਰ ਵੀ ਸਰਬ ਮਾਨ ਸਰਬਤਰ ਮਾਨ, ਸਰਬਤਰ ਅੱਧੇ ਰਾਰੇ ਦੇ ਨਾਲ ਬੋਲਣਾ, ਮਾਨ ਤੇ ਵਿਸ਼ਰਾਮ। ਅੱਗੇ ਹੈ ਸਦੈਵ ਮਾਨਤ ਤਾਹੇ, ਇੱਥੇ ਤੱਤੇ ਦੋ ਆਉਣ ਕਰਕੇ ਨਿਖੇਰ ਕੇ ਪਾਠ ਬੋਲਣਾ, ਕਿਤੇ ਇੱਕ ਤੱਤੇ ਦੇ ਨਾਲ ਹੀ ਪਾਠ ਨਾ ਬੋਲ ਦਿੱਤਾ ਜਾਵੇ, ਇਸ ਲਈ ਸਦੈਵ ਮਾਨਤ ਤਾਹੇ।
ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਹਾਂਜੀ, ਇਹ ਪਾਠ ਥੋੜੇ ਭਾਰੇ ਬੋਲਣੇ। ਖੇਲ ਖੇਲ ਅਖੇਲ ਖੇਲਣ, ਇਹ ਚਾਰੇ ਜਿਹੜੇ ਪਾਠ ਨੇ ਇਹਨਾਂ ਨੂੰ ਥੋੜਾ ਭਾਰੇ ਰੂਪ ਦੇ ਵਿੱਚ ਬੋਲਣਾ। ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਦੇਵ ਭੇਵ ਨਾ ਜਾਣਹੀ ਜਿਹ ਵੇਦ ਔਰ ਕਤੇਬ। ਇਸ ਪੰਕਤੀ ਦੇ ਅੰਦਰ ਦੇਵ ਤੇ ਜਮਕ ਲਾ ਕੇ ਦੇਵ ਭੇਵ ਨਾ ਜਾਣਹੀ, ਕਿ ਜਿਹੜੇ ਦੇਵਤੇ ਨੇ ਉਹ ਵੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਭੇਵ ਆ, ਭੇਦ ਆ, ਜਿਹੜੀ ਜਾਣਕਾਰੀ ਆ ਉਹ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਦੇਵਤੇ ਥੋੜ੍ਹਾ ਜਿਹਾ ਠਹਿਰਾ ਦੇ ਕੇ ਦੇਵ ਭੇਵ ਨਾ ਜਾਣਹੀ। ਜਿਹੜਾ ਜਾਣਹੀ ਪਾਠ ਹੈ ਇਹ ਹਾਹੇ ਦੇ ਨਾਲ ਸੁੱਧ ਹੈ। ਦੇਵ ਭੇਵ ਨਾ ਜਾਣਹੀ ਜਿਹ ਵੇਦ ਔਰ ਕਤੇਬ। ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਿਹ ਜੇਬ। ਇਸ ਪੰਕਤੀ ਦੇ ਅੰਦਰ ਵੀ ਰੂਪ ਰੰਗ ਨਾ ਜਾਤ ਪਾਤ, ਇਹ ਜਾਤ ਔਰ ਪਾਤ ਇਹ ਤੱਤੇ ਨੂੰ ਸਿਹਾਰੀਆਂ ਤੋਂ ਬਿਨਾਂ ਸੁੱਧ ਨੇ। ਤੇ ਅੱਗੇ ਹੈ ਸੋ ਜਾਣਈ। ਜਾਣਈ ਜਿਹੜਾ ਪਾਠ ਹੈ ਇਹ ਈੜੀ ਦੇ ਨਾਲ ਸੁੱਧ ਹੈ। ਆਮ ਗੁਟਕਾ ਸਾਹਿਬ ਦੇ ਅੰਦਰ ਜਾਂ ਕਈ ਹੋਰ ਸੰਪਰਦਾਵਾਂ ਇਹਨੂੰ ਹਾਹੇ ਦੇ ਨਾਲ ਛਾਪਦੀਆਂ ਨੇ, ਪਰ ਇਹ ਜਾਣਈ ਈੜੀ ਨੂੰ ਬਿਹਾਰੀ ਦੇ ਨਾਲ ਪਾਠ ਸੁੱਧ ਸਮਝਣਾ। ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਿਹ ਜੇਬ। ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ। ਹਾਂਜੀ, ਇਹ ਵੀ ਜਿਹੜਾ ਪਾਠ ਵੱਖਰਾ ਵੱਖਰਾ ਬੋਲਣਾ। ਤਾਤ ਮਾਤ ਨਾ ਜਾਤ ਜਾ ਕਰ, ਤੇ ਅੱਧਾ ਜਿਹੜਾ ਨੰਨਾ ਮੁਕਤਾ ਹੈ ਇਸ ਦਾ ਵਿਸ਼ੇਸ਼ ਧਿਆਨ ਰੱਖਣਾ। ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ। ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ। ਚੱਕਰ ਬੱਕਰ ਫਿਰੈ ਚਤਰ ਚੱਕ ਮਾਨਈ ਪੁਰ ਤੀਨ। ਇੱਥੇ ਵੀ ਜਿਹੜਾ ਪਾਠ ਆਇਆ ਹੈ ਚੱਕਰ ਬੱਕਰ ਫਿਰੈ ਚਤਰ ਚੱਕ, ਇੱਥੇ ਵਿਸ਼ਰਾਮ ਲਾਉਣਾ। ਤੇ ਚਤਰ ਜਿਹੜਾ ਪਾਠ ਹੈ ਇਹ ਤੱਤੇ ਨੂੰ ਅੱਧੇ ਰਾਰੇ ਦੇ ਨਾਲ ਸੁੱਧ ਹੈ। ਇਸ ਦਾ ਜਿਹੜਾ ਲਿਖਤੀ ਰੂਪ ਚੱਚਾ ਉੱਪਰ ਅਧਕ ਤੱਤੇ ਦੇ ਪੈਰ ਵਿੱਚ ਅੱਧਾ ਰਾਰਾ, ਇਸ ਤਰ੍ਹਾਂ ਇਹ ਛਪਣ ਦੇ ਵਿੱਚ ਪਾਠ ਸੁੱਧ ਹੈ। ਕਈਆਂ ਨੇ ਪੂਰੇ ਰਾਰੇ ਦੇ ਨਾਲ ਛਾਪਿਆ ਹੈ, ਪਰ ਇਸ ਪ੍ਰਕਾਰ ਇਹ ਮੁੱਖ ਸੁੱਧ ਪਾਠ ਸਮਝਣਾ। ਚੱਕਰ ਬੱਕਰ ਫਿਰੈ ਚਤਰ ਚੱਕ ਮਾਨਈ ਪੁਰ ਤੀਨ। ਅੱਗੇ ਜਿਹੜਾ ਮਾਨਈ ਇਹ ਵੀ ਈੜੀ ਦੇ ਨਾਲ ਪਾਠ ਸੁੱਧ ਹੈ। ਕਈ ਵਾਰ ਹਾਹਾ ਇੱਥੇ ਕਈਆਂ ਨੇ ਛਾਪਿਆ, ਪਰ ਈੜੀ ਦੇ ਨਾਲ ਪਾਠ ਸੁੱਧ ਸਮਝਣਾ। ਮਾਨਈ ਪੁਰ ਤੀਨ, ਇਹ ਵੱਖਰਾ ਵੱਖਰਾ ਪਾਠ ਬੋਲਣਾ ਜੀ। ਚੱਕਰ ਬੱਕਰ ਫਿਰੈ ਚਤਰ ਚੱਕ ਮਾਨਈ ਪੁਰ ਤੀਨ। ਲੋਕ 14 ਕੇ ਬਿਖੈ ਜਗ ਜਪਿ ਜਿਹ ਜਾਪ। ਇਸ ਪੰਕਤੀ ਦੇ ਅੰਦਰ ਇੱਕ ਵਿਸ਼ੇਸ਼ ਧਿਆਨ ਰੱਖਣਾ। ਲੋਕ 14 ਹੈ। 14 ਪਾਠ ਆਮ ਕਰਕੇ ਬਹੁਤ ਗਲਤ ਪਾਠ ਬੋਲਿਆ ਜਾਂਦਾ ਹੈ, ਯਾਨੀ ਕਿ 14 ਇੱਦਾਂ ਕੱਸ ਕੇ ਪਾਠ ਬੋਲ ਦਿੱਤਾ ਜਾਂਦਾ ਹੈ, ਪਰ ਬੜੇ ਵਿਸ਼ੇਸ਼ ਧਿਆਨ ਦੇ ਕਰਕੇ ਇਸ ਨੂੰ ਬੋਲਣਾ। ਲੋਕ 14 ਹੈ, 14 ਦਾ ਵਾਚਕ ਹੈ, ਜਿਵੇਂ 13 ਤੋਂ ਬਾਅਦ 14 ਆਉਂਦਾ। ਜਿਹੜੇ 14 ਲੋਕ ਹਨ ਉਹਨਾਂ ਦਾ ਇੱਥੇ ਜ਼ਿਕਰ ਹੈ, ਉਹਨਾਂ ਦਾ ਵਾਚਕ ਹੈ। ਲੋਕ 14 ਕੇ ਬਿਖੈ ਜਗ ਜਪ ਹੀ ਜਿਹ ਜਾਪ। ਜਪ ਹੀ ਵੀ ਜਿਹੜਾ ਹਾਹੇ ਦੇ ਨਾਲ ਪਾਠ ਸੁੱਧ ਹੈ। ਲੋਕ 14 ਕੇ ਬਿਖੈ। ਹਾਂ, ਕੇ ਜਿਹੜਾ ਲਾਂ ਪੂਰੀ ਬੋਲੋ। ਲੋਕ 14 ਕੇ ਬਿਖੈ ਜਗ ਜਪ ਹੀ ਜਿਹ ਜਾਪ। ਲੋਕ 14 ਕੇ ਬਿਖੈ ਜਗ ਜਪ ਹੀ ਜਿਹ ਜਾਪ। ਹਾਂ, ਇਹ ਜਾਪ ਤੇ ਹਾਹੇ ਦੇ ਵਿੱਚ ਡੈਸ਼ ਲਾ ਕੇ ਪਾਠ ਬੋਲਣਾ। ਜਗ ਜਾਪ ਹੀ ਜਿਹ ਜਾਪ। ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ। ਇਸ ਪੰਕਤੀ ਦੇ ਅੰਦਰ ਵੀ ਜਿਹੜਾ ਵਿਸ਼ਰਾਮ ਤੋਂ ਬਾਅਦ ਪਾਠ ਆਏ ਨੇ, ਥਾਪਿਓ ਸਭੈ ਜਿਹ ਥਾਪ। ਥਾਪਿਓ ਪਾਠ ਕੱਸ ਕੇ ਕਰਨਾ ਤੇ ਸਭੈ ਬੱਬੇ ਦੇ ਨਾਲ ਸੁੱਧ ਹੈ। ਆਦ ਦੇਵ ਅਨਾਦ ਮੂਰਤ
ਥਾਪਿਓ ਸਭੈ ਜਿਹ ਥਾਪ। ਹਾਂਜੀ। ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ। ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ। ਸਰਬ ਵਿਸਵ ਰਚਿਓ ਸਵਯੰ ਭਵ ਗੜਨ ਭੰਜਨਹਾਰ। ਇਸ ਪੰਕਤੀ ਦੇ ਅੰਦਰ ਧਿਆਨ ਦੇ ਨਾਲ ਪਾਠ ਬੋਲਣੇ। ਸਰਬ ਵਿਸਵ ਰਚਿਓ ਸਵਯੰ ਭਵ, ਇਸ ਦਾ ਜਿਹੜਾ ਲਿਖਤੀ ਰੂਪ ਹੈ ਸਰਬ ਵਿਸਵ, ਜਦੋਂ ਇਸ ਨੂੰ ਬੋਲਣਾ ਹੈ ਤੇ ਇਹ ਅੱਖਰ ਲੱਗਣਗੇ ਬੱਬੇ ਨੂੰ ਸਿਹਾਰੀ, ਸੱਸੇ ਔਂਕੜ, ਐੜਾ ਮੁਕਤਾ। ਸਰਬ ਵਿਸਵ ਰਚਿਓ ਸਵਯੰ ਭਵ, ਤੇ ਸਵਯੰ ਭਵ ਦੇ ਸੱਸੇ ਨੂੰ ਔਂਕੜ, ਈੜੀ ਸਿਹਾਰੀ, ਐੜੇ ਟਿੱਪੀ, ਇੱਥੇ ਡੈਸ਼ ਲਾ ਕੇ ਫਿਰ ਕਹਿਣਾ ਹੈ ਭਵ, ਸਵਯੰ ਭਵ। ਇਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਸ ਸਰਬ ਕਹੀਏ ਸਾਰੀ ਵਿਸ਼ਵ ਜੋ ਸੰਸਾਰ ਹੈ ਉਸ ਨੂੰ ਰਚਿਓ ਬਣਾਉਣ ਵਾਲਾ ਹੈ। ਪਰ ਆਪ ਪਰਮੇਸ਼ਰ ਵਾਹਿਗੁਰੂ ਦਾ ਰੂਪ ਕਿੱਦਾਂ ਹੈ? ਸਵਯੰ ਭਵ, ਉਸ ਉਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਪ੍ਰਕਾਸ਼ਵਾਨ ਹੋਇਆ ਹੈ। ਇਸ ਲਈ ਸਰਬ ਵਿਸ਼ਵ ਰਚਿਓ ਸਵਯੰ ਭਵ, ਰਚਿਓ ਤੇ ਥੋੜ੍ਹੀ ਜਿਹੀ ਜਮਕ ਲੱਗ ਜਾਵੇਗੀ। ਸਰਬ ਵਿਸ਼ਵ ਰਚਿਓ ਸਵਯੰ ਭਵ ਗੜਨ ਭੰਜਨਹਾਰ। ਗੜਨ ਜਿਹੜਾ ਪਾਠ ਹੈ ਥੋੜ੍ਹਾ ਜਿਹਾ ਭਾਰਾ ਕਰਕੇ ਬੋਲਣਾ, ਗੜਨ ਭੰਜਨਹਾਰ। ਸਰਬ ਵਿਸਵ ਰਚਿਓ ਸਵਯੰ ਭਵ। ਵਾਵੇ ਦਾ ਜਿਹੜਾ ਇਸ਼ਾਰਾ ਵੀ ਨਾ ਆਵੇ, ਐੜਾ ਸ਼ੁੱਧ ਰੂਪ ਦੇ ਵਿੱਚ ਬੋਲਣਾ, ਕਿਉਂਕਿ ਜਦੋਂ ਇੱਦਾਂ ਦੇ ਪਾਠ ਹੁੰਦੇ ਨੇ ਉਦੋਂ ਆਪਾਂ ਬੋਲਣ ਦੀ ਕੋਸ਼ਿਸ਼ ਐੜਾ ਕਰਦੇ ਹਾਂ, ਪਰ ਆਪਣੀ ਜਿਹੜੀ ਆਵਾਜ਼ ਆ ਜਾਂ ਮੂੰਹ ਦੀ ਜਿਹੜੀ ਸ਼ੈਲੀ ਆ ਉਹ ਵਾਵਾ ਬੋਲਣ ਨੂੰ ਕਰਦੀ ਹੈ। ਇਸ ਲਈ ਜਿਹੜਾ ਐੜਾ ਹੈ ਵਿਸ਼ੇਸ਼ ਧਿਆਨ ਦੇ ਨਾਲ ਬੋਲਣਾ। ਸਰਬ ਵਿਸਵ ਰਚਿਓ ਸਵਯੰ ਭਵ। ਸਰਬ ਵਿਸਵ ਰਚਿਓ ਸਵਯੰ ਭਵ ਗੜਨ ਭੰਜਨਹਾਰ। ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼। ਇਸ ਪੰਕਤੀ ਦੇ ਅੰਦਰ ਕਾਲਹੀਨ ਕਲਾ ਸੰਯੁਗਤ, ਜਿਹੜਾ ਸੰਯੁਗਤ ਪਾਠ ਹੈ ਇਹ ਜਿਹੜਾ ਵਿਚਾਲੇ ਗੱਗਾ ਅੱਖਰ ਆਇਆ ਇਸ ਨੂੰ ਧਿਆਨ ਦੇ ਨਾਲ ਬੋਲਣਾ। ਸੰਯੁਗਤ ਇੱਦਾਂ ਕੱਕਾ ਤੇ ਗੱਗਾ ਮਿਕਸ ਕਰਕੇ ਨਾ ਬੋਲ ਦਿੱਤਾ ਜਾਵੇ। ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼। ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼। ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ। ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ। ਇਸ ਪੰਕਤੀ ਦੇ ਅੰਦਰ ਅੰਗ ਰਾਗ ਨਾ ਰੰਗ ਜਾ ਕਹਿ ਪਾਠ ਵੱਖਰਾ ਵੱਖਰਾ ਬੋਲਣਾ, ਤੇ ਜਾਤ ਪਾਤ ਨਾ ਨਾਮ ਇਹ ਨੰਨਾ ਵੱਖਰਾ ਮੁਕਤਾ ਸ਼ੁੱਧ ਰੂਪ ਦੇ ਵਿੱਚ ਬੋਲਣਾ। ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ। ਇੱਕ ਇਹਦੇ ਵਿੱਚ ਹੋਰ ਧਿਆਨ ਦੇਣਾ, ਅੰਗ ਰਾਗ ਨਾ ਰੰਗ ਜਾ ਕਹਿ ਨਹੀਂ ਕਹਿਣਾ। ਜੇ ਕਹਿ ਕਵਾਂਗੇ ਤੇ ਹਾਹੇ ਨੂੰ ਦੁਲਾਵਾਂ ਲੱਗ ਜਾਣੀਆਂ, ਇਸ ਲਈ ਛੇਤੀ ਪਾਠ ਬੋਲਣਾ। ਅੰਗ ਰਾਗ ਨਾ ਰੰਗ ਜਾ ਕਹਿ ਦੀ ਆਵਾਜ਼ ਆਵੇ, ਕਹਿ ਨਹੀਂ। ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ। ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ। ਇਸ ਦੇ ਅੰਦਰ ਵੀ ਜਿਹੜਾ ਗਰਭ ਗੰਜਨ, ਗਰਭ ਆਮ ਕਰਕੇ ਦੋ ਰੂਪਾਂ ਵਿੱਚ ਪਾਠ ਆਉਂਦਾ ਹੈ। ਇੱਕ ਹੁੰਦਾ ਹੈ ਗਰਭ ਬੱਬੇ ਦੇ ਨਾਲ ਜਿਸ ਦਾ ਅਰਥ ਹੁੰਦਾ ਹੈ ਹੰਕਾਰ, ਤੇ ਦੂਸਰਾ ਆਉਂਦਾ ਹੈ ਗਰਭ ਜਿਵੇਂ ਮਾਤਾ ਦਾ ਉਦਰ ਹੁੰਦਾ ਹੈ ਜਿਸ ਦੇ ਅੰਦਰ ਬੱਚੇ ਦੀ ਪੈਦਾਇਸ਼ ਹੁੰਦੀ ਹੈ, ਉਸ ਨੂੰ ਵੀ ਗਰਭ ਆਖਿਆ ਜਾਂਦਾ। ਉੱਥੇ ਪਾਠ ਭੱਬੇ ਦੇ ਨਾਲ ਹੁੰਦਾ ਹੈ, ਪਰ ਇੱਥੇ ਬੱਬਾ ਅੱਖਰ ਹੋਣ ਕਰਕੇ ਪੋਲੇ ਰੂਪ ਦੇ ਵਿੱਚ ਪਾਠ ਬੋਲਣਾ। ਗਰਭ ਗੰਜਨ ਯਾਨੀ ਕਿ ਬੱਬੇ ਦੀ ਹੀ ਆਵਾਜ਼ ਆਵੇ, ਭੱਬਾ ਨਾ ਬੋਲਿਆ ਜਾਵੇ। ਇਹ ਜਿਹੜਾ ਪਰਮੇਸ਼ਰ ਵਾਹਿਗੁਰੂ ਉਹ ਹੰਕਾਰ ਨੂੰ ਭੰਜਨ ਵਾਲਾ ਹੈ। ਹਰ ਜੋ ਹੰਕਾਰ ਨਾ ਭਾਵਈ। ਇਸ ਪ੍ਰਕਾਰ ਹੀ ਦੁਸ਼ਟ ਭੰਜਨ, ਜਿਹੜੇ ਦੁਸ਼ਟ ਨੇ ਵੈਰੀ ਨੇ ਉਹਨਾਂ ਨੂੰ ਭੰਜਨ ਮੈਨੇ ਭੰਨਣ ਵਾਲਾ ਹੈ, ਉਹਨਾਂ ਦਾ ਵੀ ਨਾਸ਼ ਕਰਨ ਵਾਲਾ ਹੈ। ਇਸ ਲਈ ਪੋਲਾ ਪਾਠ ਬੋਲਣਾ, ਗਰਭ ਗੰਜਨ ਦੁਸ਼ਟ ਭੰਜਨ। ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ। ਤੇ ਮੁਕਤ ਜਿਹੜਾ ਪਾਠ ਹੈ ਇਹ ਤੱਤੇ ਨੂੰ ਸਿਹਾਰੀ ਤੋਂ ਬਿਨਾਂ ਸ਼ੁੱਧ ਹੈ,
ਤੇ ਮੁਕਤ ਕੱਕਾ ਜਿਹੜਾ ਵਿਚਾਲੇ ਲੱਗਿਆ ਇਸ ਨੂੰ ਸ਼ੁੱਧ ਰੂਪ ਵਿੱਚ ਬੋਲਣਾ ਮੁਕਤਦਾਇਕ ਕਾਮ, ਜਾਣੀ ਕਿ ਮੁਕਤਦਾਇਕ ਇਹ ਇੱਕ ਪਾਠ ਹੈ, ਕਾਮ ਇੱਕ ਪਾਠ ਹੈ। ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ। ਜਾਣੀ ਕਿ ਇਕੱਠੇ ਪਾਠ ਨਹੀਂ ਗੇ, ਹੈ ਪਾਠ ਵੱਖਰੇ ਵੱਖਰੇ ਨੇ। ਜਾਣੀ ਕਿ ਮੁਕਤਦਾਇਕ, ਦਾਇਕ ਤੇ ਠਮਕ ਲੱਗ ਜਾਵੇਗੀ ਅਰਥਾਂ ਵਾਸਤੇ, ਇਸ ਲਈ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ, ਇਸ ਤਰ੍ਹਾਂ। ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ। ਹਾਂਜੀ, ਇਸ ਪੰਕਤੀ ਦੇ ਅੰਦਰ ਆਪ ਰੂਪ ਅਮੀਕ ਅਨੁਸਤਤ ਪਾਠ ਜਿਹੜਾ ਇਕੱਠਾ ਪਾਠ ਹੈ, ਪਰ ਇਸ ਨੂੰ ਬੋਲਣ ਲੱਗਿਆਂ ਅਨ ਤੇ ਉਸਤਤ ਇਸ ਦੇ ਵਿੱਚ ਡੈਸ਼ ਲਾ ਕੇ ਪਾਠ ਬੋਲਣਾ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਅਨਮੈਨੇ ਰਹਿਤ ਉਸਤਤੀ ਤੋਂ ਰਹਿਤ ਹੈ। ਉਸ ਦੇ ਗੁਣਾਂ ਦਾ ਜ਼ਿਕਰ ਤਾਂ ਕੀਤਾ ਜਾ ਸਕਦਾ ਹੈ, ਪਰ ਸੰਪੂਰਨ ਰੂਪ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਉਸਤਤੀ ਹੈ, ਗੁਣ ਨੇ, ਉਹਨਾਂ ਨੂੰ ਗਾਇਨ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹ ਜਿਹੜਾ ਪਾਠ ਹੈ ਆਪ ਰੂਪ ਅਮੀਕ ਅਨਉਸਤਤ ਏਕ ਪੁਰਖ ਅਵਧੂਤ। ਅਵਧੂਤ ਵੀ ਜਿਹੜਾ ਇਹ ਧੱਦਾ ਦਰਮਿਆਨਾ ਦੁੱਤ ਆਵਾਜ਼ ਵਿੱਚ ਬੋਲਣਾ। ਆਪ ਰੂਪ ਅਮੀਕ ਅਨਉਸਤਤ ਏਕ ਪੁਰਖ ਅਵਧੂਤ। ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ। ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ। ਇਸ ਪੰਕਤੀ ਦੇ ਅੰਦਰ ਵੀ ਅੰਗਹੀਨ, ਅੰਗ ਜਿਹੜਾ ਗੱਗਾ ਅੱਖਰ ਹੈ ਇਸ ਨੂੰ ਧਿਆਨ ਦੇ ਨਾਲ ਬੋਲਣਾ, ਯਾਨੀ ਕਿ ਗੱਗਾ ਜਿਹੜਾ ਸਾਇਲੈਂਟ ਨਹੀਂ ਕਰਨਾ। ਅੰਗਹੀਨ ਅਭੰਗ, ਇੱਥੇ ਵੀ ਗੱਗਾ ਸ਼ੁੱਧ ਬੋਲਣਾ। ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ। ਹਾਂਜੀ, ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ। ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਿਤਪਾਰ। ਇਸ ਪੰਕਤੀ ਦੇ ਅੰਦਰ ਜਿਹੜੇ ਸਰਬ ਪਾਠ ਆਏ ਨੇ ਇਹਨਾਂ ਨੂੰ ਬੱਬੇ ਦੇ ਨਾਲ ਬੋਲਣਾ। ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਿਤਪਾਰ। ਆਮ ਕਰਕੇ ਗੁਟਕਾ ਸਾਹਿਬ ਦੇ ਅੰਦਰ ਪੱਪੇ ਨੂੰ ਸਿਹਾਰੀ ਨਹੀਂ ਛਪੀ ਹੁੰਦੀ, ਪਰ ਇਹ ਜਿਹੜਾ ਲਿਖਤੀ ਰੂਪ ਇਸ ਦਾ ਪੱਪੇ ਨੂੰ ਸਿਹਾਰੀ ਪੈਰ ਦੇ ਵਿੱਚ ਰਾਰਾ, ਤੱਤੇ ਸਿਹਾਰੀ ਪੱਪੇ ਕੰਨਾ ਰਾਰਾ। ਇਸ ਤਰ੍ਹਾਂ ਇਹ ਮੁੱਖ ਸ਼ੁੱਧ ਪਾਠ ਸਮਝਣਾ। ਸਰਬ ਕੋ ਪ੍ਰਿਤਪਾਰ ਪਾਠ ਬੋਲਣਾ। ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਿਤਪਾਰ। ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ। ਇਹ ਵੀ ਪਾਠ ਵੱਖਰਾ ਵੱਖਰਾ ਪਾਠ ਬੋਲਣਾ। ਸਰਬ ਗੰਤਾ ਸਰਬ ਹੰਤਾ ਸਰਬ ਤੇ, ਸਰਬਤੇ ਨਾ ਪਾਠ ਹੋ ਜੇ ਭੁਲੇਖੇ ਦੇ ਨਾਲ। ਸਰਬ ਤੇ ਅਨਭੇਖ, ਯਾਨੀ ਕਿ ਤੁਹਾਡੀ ਜਿਹੜੀ ਪਾਠ ਪੜ੍ਹਨ ਦੀ ਜਾਂ ਸੰਥਿਆ ਕਰਨ ਦੀ ਮਿਹਨਤ ਇੰਨੀ ਹੋਵੇ, ਜਿਹੜਾ ਵੀ ਗੁਰਸਿੱਖ ਇਸ ਨੂੰ ਸੁਣਦਾ ਹੈ, ਕਿ ਉਹ ਜੇ ਲੜੀਵਾਰ ਵੀ ਪਾਠ ਯਾਨੀ ਕਿ ਸਰੂਪ ਹੋਵੇ ਤਾਂ ਉਹ ਅਣਗਹਿਲੀ ਨਾ ਕਰੇ, ਗਲਤੀ ਨਾ ਕਰੇ, ਭੁਲੇਖੇ ਦੇ ਨਾਲ ਸਰਬੱਤੇ ਨਾ ਪੜ੍ਹ ਜਾਵੇ। ਇਸ ਲਈ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ। ਹਾਂਜੀ, ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ। ਸਰਬ ਸ਼ਾਸਤਰ ਨਾ ਜਾਣਹੀ ਇਹ ਰੂਪ ਰੰਗ ਅਰ ਰੇਖ। ਇਸ ਨੂੰ ਕੰਨਾ ਲਾ ਕੇ ਬੋਲਣਾ, ਕਿਉਂਕਿ ਆਮ ਸਾਨੂੰ ਕੰਨੇ ਬੋਲਣ ਦੀ ਘੱਟ ਆਦਤ ਹੁੰਦੀ ਹੈ। ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ। ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ। ਪਰਮ ਵੇਦ ਪੁਰਾਨ ਜਾ ਕਹਿ ਨੇਤ ਭਾਖਤ ਨਿਤ। ਇਸ ਪੰਕਤੀ ਦੇ ਅੰਦਰ ਵੀ ਪਰਮ ਵੇਦ ਪੁਰਾਨ ਜਾ ਕਹਿ ਪਾਠ ਵੱਖਰਾ ਵੱਖਰਾ ਕਰਨਾ। ਨੇਤ ਭਾਖਤ ਨਿਤ, ਤੇ ਜਿਹੜਾ ਨਿਤ ਪਾਠ ਹੈ ਇਹ ਵੀ ਕੱਸ ਕੇ ਪਾਠ ਬੋਲਣਾ। ਤੇ ਨੰਨੇ ਨੂੰ ਸਿਹਾਰੀ ਉੱਪਰ ਅਧਕ ਤੱਤਾ। ਇਸ ਪ੍ਰਕਾਰ ਇਸ ਦਾ ਜਿਹੜਾ ਲਿਖਤੀ ਰੂਪ ਸ਼ੁੱਧ ਹੈ ਨੰਨੇ ਸਿਹਾਰੀ ਅਧਕ ਤੱਤਾ। ਪਰਮ ਵੇਦ ਪੁਰਾਨ ਜਾ ਕਹਿ ਨੇਤ ਭਾਖਤ ਨਿਤ। ਕੋਟ ਸਿਮ੍ਰਿਤ ਪੁਰਾਨ ਸ਼ਾਸਤਰ ਨਾ ਆਵਹੀ ਵਹ ਚਿੱਤ। ਇਸ ਪੰਕਤੀ ਦੇ ਅੰਦਰ ਵੀ ਜਿਹੜਾ ਕੋਟ ਸਿਮ੍ਰਿਤ ਪਾਠ ਟਿੱਪੀ ਛਪੀ ਹੋਣ ਕਰਕੇ ਕੱਸ ਕੇ ਪਾਠ ਬੋਲਣਾ। ਕੋਟ ਸਿਮ੍ਰਿਤ, ਸਿਮ ਪਾਠ ਕੱਸ ਕੇ ਮ੍ਰਿਤ ਪੋਲਾ। ਸਿਮ੍ਰਿਤ
ਪੁਰਾਨ ਸ਼ਾਸਤਰ, ਇੱਥੇ ਵਿਸ਼ਰਾਮ। ਨਾ ਆਵਹੀ ਵਹੋ ਚਿੱਤ, ਜਿਹੜਾ ਆਵਹੀ ਪਾਠ ਹੈ ਇਹ ਹਾਹੇ ਦੇ ਨਾਲ ਸੁੱਧ ਹੈ। ਕਈ ਵਾਰ ਗੁਟਕਾ ਸਾਹਿਬ ਦੇ ਅੰਦਰ ਈੜੀ ਦੇ ਨਾਲ ਇਹ ਪਾਠ ਛਪਿਆ ਹੁੰਦਾ ਹੈ, ਪਰ ਹਾਹੇ ਦੇ ਨਾਲ ਮੁੱਖ ਇਸ ਨੂੰ ਸੁੱਧ ਪਾਠ ਸਮਝਣਾ। ਸੋ ਇੱਕ ਵਾਰ ਇਸ ਦਾ ਜਿਹੜਾ ਮੂਲ ਪਾਠ ਉਹ ਕਰਕੇ ਉਸ ਤੋਂ ਬਾਅਦ ਇਸ ਦੀ ਸਮਾਪਤੀ ਕਰ ਦਿੱਤੀ ਜਾਵੇਗੀ। ਅਤੇ ਜਿਹੜਾ ਨਾ ਆਵਹੀ ਵਹੋ ਚਿੱਤ, ਵਹੋ ਜਿਹੜਾ ਪਾਠ ਹੈ ਇਸ ਨੂੰ ਹਾਹੇ ਨੂੰ ਔਂਕੜ ਦੇ ਨਾਲ ਹੀ ਕੀਤਾ ਜਾਵੇ, ਵਹੋ ਹੂੜਾ ਨਾ ਲਾ ਦਿੱਤਾ ਜਾਵੇ। ਵਾਹਿਗੁਰੂ ਸਾਹਿਬ ਜੀ। ਰੁਆਲ ਛੰਦ ਤਵੈ ਪ੍ਰਸਾਦ, ਆਦ ਰੂਪ ਅਨਾਦ ਮੂਰਤ, ਅਜੋਨ ਪੁਰਖ ਅਪਾਰ, ਸਰਬ ਮਾਨ ਤ੍ਰਿਮਾਨ ਦੇਵ, ਅਭੇਵ ਆਦ ਉਦਾਰ, ਸਰਬ ਪਾਲਕ ਸਰਬ ਘਾਲਕ, ਸਰਬ ਕੋ ਪੁਨ ਕਾਲ, ਜਿਤਰ ਤਿਤਰ ਬਿਰਾਜਹੀ, ਅਵਧੂਤ ਰੂਪ ਰਸਾਲ, ਨਾਮ ਠਾਮ ਨਾ ਜਾਤ ਜਾ ਕਰ, ਰੂਪ ਰੰਗ ਨਾ ਰੇਖ, ਆਦ ਪੁਰਖ ਉਦਾਰ ਮੂਰਤ, ਅਜੋਨ ਆਦ ਅਸੇਖ, ਦੇਸ ਔਰ ਨਾ ਭੇਸ ਜਾ ਕਰ, ਰੂਪ ਰੇਖ ਨਾ ਰਾਗ, ਜਿਤਰ ਤਿਤਰ ਦਿਸ਼ਾ ਵਿਸ਼ਾ, ਹੋਏ ਫੈਲਿਓ ਅਨੁਰਾਗ, ਨਾਮ ਕਾਮ ਵਿਹੀਨ ਪੇਖਤ, ਧਾਮ ਹੂੰ ਨਹਿ ਜਾਹੇ, ਸਰਬ ਮਾਨ ਸਰਬਤਰ ਮਾਨ, ਸਦੈਵ ਮਾਨਤ ਤਾਹੇ, ਏਕ ਮੂਰਤ ਅਨੇਕ ਦਰਸ਼ਨ ਕੀਨ, ਰੂਪ ਅਨੇਕ ਖੇਲ ਖੇਲ, ਅਖੇਲ ਖੇਲਨ, ਅੰਤ ਕੋ ਫਿਰ ਏਕ, ਦੇਵ ਭੇਵ ਨਾ ਜਾਨਹੀ, ਜਿਹ ਬੇਦ ਔਰ ਕਤੇਬ, ਰੂਪ ਰੰਗ ਨਾ ਜਾਤ ਪਾਤ, ਸੋ ਜਾਨਈ ਕਿਹ ਜੇਬ, ਤਾਤ ਮਾਤ ਨਾ ਜਾਤ ਜਾ ਕਰ, ਜਨਮ ਮਰਨ ਵਿਹੀਨ, ਚੱਕਰ ਬੱਕਰ ਫਿਰੈ ਚਤਰ ਚੱਕ, ਮਾਨਈ ਪੁਰ ਤੀਨ, ਲੋਕ 14 ਕੇ ਬਿਖੈ, ਜਗ ਜਪਹੀ ਜਿਹ ਜਾਪ, ਆਦ ਦੇਵ ਅਨਾਦ ਮੂਰਤ, ਥਾਪਿਓ ਸਭੈ ਜਿਹ ਥਾਪ, ਪਰਮ ਰੂਪ ਪੁਨੀਤ ਮੂਰਤ, ਪੂਰਨ ਪੁਰਖ ਅਪਾਰ, ਸਰਬ ਵਿਸ਼ਵ ਰਚਿਓ ਸਯੰ ਭਵ, ਗੜਨ ਭੰਜਨਹਾਰ, ਕਾਲਹੀਨ ਕਲਾ ਸੰਜੁਗਤ, ਅਕਾਲ ਪੁਰਖ ਆਦੇਸ਼, ਧਰਮ ਧਾਮ ਸੋ ਭਰਮ ਰਹਿਤ, ਅਭੂਤ ਅਲਖ ਅਭੇਸ, ਅੰਗ ਰਾਗ ਨਾ ਰੰਗ ਜਾ ਕਹਿ, ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ, ਮੁਕਤ ਦਾਇਕ ਕਾਮ, ਆਪ ਰੂਪ ਅਮੀਕ ਅਨਉਸਤਤ, ਏਕ ਪੁਰਖ ਅਵਧੂਤ, ਗਰਭ ਗੰਜਨ ਸਰਬ ਭੰਜਨ, ਆਦ ਰੂਪ ਅਸੂਤ, ਅੰਗਹੀਨ ਅਭੰਗ ਅਨਾਤਮ, ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਘਾਇਕ, ਸਰਬ ਕੋ ਪ੍ਰਿਤਪਾਰ, ਸਰਬ ਗੰਤਾ ਸਰਬ ਹੰਤਾ, ਸਰਬ ਤੇ ਅਨਭੇਖ, ਸਰਬ ਸ਼ਾਸਤਰ ਨ ਜਾਨਹੀ, ਜਿਹ ਰੂਪ ਰੰਗ ਅਰ ਰੇਖ, ਪਰਮ ਵੇਦ ਪੁਰਾਨ ਜਾ ਕਹਿ, ਨੇਤ ਭਖਤ ਨਿਤ, ਕੋਟ ਸਿਮਰਤ ਪੁਰਾਨ, ਸ਼ਾਸਤਰ ਨ ਆਵਹੀ ਵਹੋ ਚਿੱਤ, ਪਰਮ ਵੇਦ ਪੁਰਾਨ ਜਾ ਕਹਿ, ਨੇਤ ਭਖਤ ਨਿਤ, ਕੋਟ ਸਿਮਰਤ ਪੁਰਾਨ, ਸ਼ਾਸਤਰ ਨਾ ਆਵਹੀ ਵਹੁ ਚਿੱਤ। ਤੇ ਇੱਥੇ ਜਿਹੜਾ ਇੱਕ ਮਗਰ ਪਾਠ ਜੋ 80ਵੀਂ ਪੌੜੀ ਦੇ ਅੰਦਰ ਆਇਆ ਸੀ, ਜਿਤਰ ਤਤਰ ਦਿਸ਼ਾ ਵਿਸ਼ਾ, ਹੋਏ ਫੈਲਿਓ ਅਨੁਰਾਗ, ਇਹ ਜਿਹੜਾ ਅਨੁਰਾਗ ਪਾਠ ਇੱਥੇ ਨੰਨੇ ਨੂੰ ਔਂਕੜ ਜਿਹੜਾ ਬੋਲਿਆ ਜਾਵੇਗਾ, ਤੇ ਔਂਕੜ ਸੂਖਮ ਰੂਪ ਦੇ ਵਿੱਚ ਬੋਲਣਾ, ਹੋਏ ਫੈਲਿਓ ਅਨੁਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।